ਸਤਿ ਸ੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਗੁਜਰਾਤ ਵਿੱਚ ਹਾਂਜੀ ਦਵਾਰਕਾ ਦੇ ਕੋਲ ਇੱਕ ਬਹੁਤ ਹੀ ਖਾਸ ਥਾਂ ਦੀ ਨਾਗੇਸ਼ਵਰ ਜੋਤਿਰਲਿੰਗ ਮੰਦਿਰ। ਹਾਂਜੀ ਬਿਲਕੁਲ। ਸਾਡੇ ਕੋਲ ਨਾ ਇਸ ਬਾਰੇ ਕਾਫੀ ਕੁਝ ਹੈਗਾ, ਕੁਝ ਲੇਖ ਨੇ, ਨੋਟਸ ਵੀ ਨੇ ਤੇ ਯਾਤਰਾ ਗਾਈਡਾਂ ਤੋਂ ਵੀ ਜਾਣਕਾਰੀ ਲਈ ਹੈ। ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਪਵਿੱਤਰ ਥਾਂ ਦੀ ਅਸਲ ਮਹੱਤਤਾ ਕੀ ਹੈ, ਇਹਦੇ ਨਾਲ ਜੁੜੀਆਂ ਕਹਾਣੀਆਂ, ਇਹਦੀ ਬਣਤਰ ਕਿੰਨੀ ਅਨੋਖੀ ਹੈ ਤੇ ਹਾਂ ਜੇ ਕੋਈ ਜਾਣਨਾ ਚਾਹੇ ਤਾਂ ਉਹਨਾਂ ਲਈ ਕੀ ਖਾਸ ਗੱਲਾਂ ਨੇ। ਬਹੁਤ ਵਧੀਆ। ਤੇ ਸ਼ੁਰੂਆਤ ਮੇਰੇ ਖਿਆਲ 'ਚ ਇਸ ਦੇ ਨਾਮ ਤੋਂ ਹੀ ਕਰੀਏ, ਨਾਗੇਸ਼ਵਰ ਮਤਲਬ ਨਾਗਾਂ ਦਾ ਭਗਵਾਨ। ਹਾਂ, ਨਾਗੇਸ਼ਵਰ। ਪਰ ਇਹ ਸਿਰਫ ਨਾਮ ਨਹੀਂ, ਇਹਦੇ ਪਿੱਛੇ ਇੱਕ ਡੂੰਘਾ ਵਿਸ਼ਵਾਸ ਹੈ। ਕਹਿੰਦੇ ਨੇ ਕਿ ਇੱਥੇ ਪੂਜਾ ਕਰਨ ਨਾਲ ਇੱਕ ਤਾਂ ਸੱਪਾਂ ਦਾ ਡਰ ਜਾਂਦਾ ਰਹਿੰਦਾ ਹੈ। ਅੱਛਾ। ਤੇ ਦੂਜਾ ਹਰ ਤਰ੍ਹਾਂ ਦੇ ਜ਼ਹਿਰ ਤੋਂ ਮੁਕਤੀ ਮਿਲਦੀ ਹੈ। ਹੁਣ ਉਹ ਜ਼ਹਿਰ ਭਾਵੇਂ ਸਰੀਰਕ ਹੋਵੇ ਜਾਂ ਫਿਰ ਮਨ ਦਾ, ਜਿਵੇਂ ਗੁੱਸਾ, ਲਾਲਚ, ਈਰਖਾ। ਵਾਹ, ਇਹ ਤਾਂ ਬੜੀ ਡੂੰਗੀ ਗੱਲ ਹੈ। ਤੇ ਇਹ ਥਾਂ ਭਾਰਤ ਦੇ ਜਿਹੜੇ 12 ਪਵਿੱਤਰ ਜੋਤਿਰਲਿੰਗ ਹੈ ਉਹਨਾਂ ਚੋਂ ਇੱਕ ਹੈ ਨਾ, 10ਵਾਂ ਸ਼ਾਇਦ। ਹਾਂਜੀ ਬਿਲਕੁਲ, 10ਵਾਂ ਜੋਤਿਰਲਿੰਗ ਮੰਨਿਆ ਜਾਂਦਾ ਹੈ। ਤੇ ਜੋਤਿਰਲਿੰਗ ਦਾ ਸੰਕਲਪ ਵੀ ਉਹ ਆਪਣੇ ਆਪ 'ਚ ਬੜਾ ਅਦਭੁਤ ਹੈ। ਕੀ ਮਤਲਬ ਹੁੰਦਾ ਜੀ ਇਹਦਾ? ਮਤਲਬ ਭਗਵਾਨ ਸ਼ਿਵ ਦਾ ਪ੍ਰਕਾਸ਼ ਤੇ ਇੱਕ ਬੇਅੰਤ ਥੰਬ ਵਾਂਗ ਪ੍ਰਗਟ ਹੋਣਾ, ਉਹਨਾਂ ਦੇ ਨਿਰਾਕਾਰ ਅਨੰਤ ਸਰੂਪ ਦਾ ਪ੍ਰਤੀਕ ਹੈ। ਸਮਝ ਗਈ। ਤੇ ਨਾਗੇਸ਼ਵਰ ਦੀ ਇੱਕ ਹੋਰ ਵੱਡੀ ਗੱਲ ਜਿਹੜੀ ਮੰਨੀ ਜਾਂਦੀ ਹੈ ਉਹ ਹੈ ਨਾਗ ਦੋਸ਼ ਤੋਂ ਮੁਕਤੀ। ਅੱਛਾ, ਇਹ ਨਾਗ ਦੋਸ਼ ਬਾਰੇ ਥੋੜਾ ਦੱਸੋਗੇ? ਸੁਣਿਆ ਤਾਂ ਬਹੁਤ ਹੈ ਇਹਦੇ ਬਾਰੇ। ਹਾਂ, ਨਾਗ ਦੋਸ਼ ਦੇਖੋ ਜੀ, ਜੋਤਿਸ਼ 'ਚ ਮੰਨਿਆ ਜਾਂਦਾ ਹੈ ਕਿ ਕੁੰਡਲੀ 'ਚ ਨਾ ਗ੍ਰਹਾਂ ਦੀ ਇੱਕ ਖਾਸ ਸਥਿਤੀ ਬਣ ਜਾਂਦੀ ਹੈ ਕਈ ਵਾਰ। ਹਾਂ, ਜਿਵੇਂ ਰਾਹੂ ਕੇਤੂ ਦਾ ਕੁਝ ਹੁੰਦਾ ਹੈ। ਹਾਂ, ਕੁਝ ਉਸੇ ਤਰ੍ਹਾਂ ਦਾ, ਜਿਹਨੂੰ ਕਾਲ ਸਰਪ ਯੋਗ ਵੀ ਕਹਿ ਦਿੰਦੇ ਨੇ। ਤੇ ਮੰਨਿਆ ਜਾਂਦਾ ਹੈ ਕਿ ਇਸ ਕਰਕੇ ਜ਼ਿੰਦਗੀ 'ਚ ਕਾਫੀ ਰੁਕਾਵਟਾਂ ਆਉਂਦੀਆਂ ਨੇ। ਤਾਂ ਲੋਕ ਵਿਸ਼ਵਾਸ ਕਰਦੇ ਨੇ ਕਿ ਇੱਥੇ ਨਾਗੇਸ਼ਵਰ 'ਚ ਦਰਸ਼ਨ ਕਰਕੇ ਤੇ ਤਾਤ ਦੇ ਬਣੇ ਨਾਗ ਨਾਗਿਨ ਦਾ ਜੋੜਾ ਪੇਟ ਕਰਨ ਨਾਲ ਇਸ ਦੋਸ਼ ਦਾ ਅਸਰ ਘਟ ਜਾਂਦਾ ਹੈ। ਅੱਛਾ, ਤੇ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ? ਹਾਂਜੀ, ਇਹ ਵੀ ਮਾਨਤਾ ਹੈਗੀ ਆ। ਤੇ ਫਿਰ ਕਹਾਣੀਆਂ ਜ਼ਰੂਰ ਹੋਣੀਆਂ ਇਸ ਥਾਂ ਨਾਲ ਜੁੜੀਆਂ। ਆਪਣੇ ਕੋਲ ਜਿਹੜੇ ਸਰੋਤ ਨੇ ਉਹਨਾਂ 'ਚ ਜ਼ਿਕਰ ਹੈਗਾ ਦੋਕ ਦਾ। ਹਾਂ, ਦੋ ਕਹਾਣੀਆਂ ਬਹੁਤ ਮਸ਼ਹੂਰ ਨੇ। ਇੱਕ ਤਾਂ ਹੈਗੀ ਹੈ ਦਾਰੂਕਾ ਨਾਂ ਦੇ ਇੱਕ ਰਾਖਸ਼ ਦੀ। ਦਾਰੂਕਾ? ਹਾਂ, ਉਹਨੇ ਨਾ ਸ਼ਿਵ ਜੀ ਦੇ ਇੱਕ ਭਗਤ ਸੀ ਸੁਪ੍ਰਿਆ, ਉਹਨੂੰ ਕੈਦ ਕਰ ਲਿਆ ਸੀ। ਅੱਛਾ। ਪਰ ਸੁਪ੍ਰਿਆ ਨੇ ਕੈਦ 'ਚ ਵੀ ਸ਼ਿਵ ਜੀ ਦੀ ਭਗਤੀ ਨਹੀਂ ਛੱਡੀ। ਬਸ ਉਹ ਪੂਜਾ ਕਰਦਾ ਰਿਹਾ। ਫਿਰ ਤੇ ਸ਼ਿਵ ਜੀ ਉਹਦੀ ਭਗਤੀ ਤੋਂ ਇੰਨੇ ਖੁਸ਼ ਹੋਏ ਕਿ ਉਹ ਜੋਤਿਰਲਿੰਗ ਦੇ ਰੂਪ 'ਚ ਉੱਥੇ ਪ੍ਰਗਟ ਹੋ ਗਏ। ਉਹਨਾਂ ਨੇ ਦਾਰੂਕਾ ਦਾ ਨਾਸ਼ ਕੀਤਾ ਤੇ ਫਿਰ ਸੁਪ੍ਰਿਆ ਨੇ ਬੇਨਤੀ ਕੀਤੀ ਕਿ ਭਗਵਾਨ ਤੁਸੀਂ ਇੱਥੇ ਹੀ ਰਹੋ। ਤਾਂ ਸ਼ਿਵ ਜੀ ਹਮੇਸ਼ਾ ਲਈ ਉੱਥੇ ਨਾਗੇਸ਼ਵਰ ਬਣ ਕੇ ਸਥਾਪਿਤ ਹੋ ਗਏ। ਕਮਾਲ ਹੈ, ਭਗਤੀ ਦੀ ਸ਼ਕਤੀ ਦੀ ਕਹਾਣੀ। ਤੇ ਦੂਜੀ ਕਿਹੜੀ ਸੀ? ਦੂਜੀ ਕਹਾਣੀ ਬਾਲਖਿਲੀਏ ਰਿਸ਼ੀਆਂ ਨਾਲ ਜੁੜੀ ਹੈ। ਇਹਨਾਂ ਬਹੁਤ ਛੋਟੇ ਕੱਦ ਦੇ ਰਿਸ਼ੀ ਸੀ ਪਰ ਬੜੇ ਤੇਜਸਵੀ ਸੀ। ਅੱਛਾ, ਬਾਲਖਿਲੀਏ ਰਿਸ਼ੀ। ਹਾਂਜੀ, ਕਿਸੇ ਗੱਲ ਤੇ ਉਹਨਾਂ ਨੇ ਸ਼ਿਵ ਜੀ ਨੂੰ ਸ਼ਰਾਪ ਦਿੱਤਾ। ਓਹੋ। ਜਿਸ ਕਰਕੇ ਕਹਿੰਦੇ ਨੇ ਕਿ ਸ਼ਿਵਲਿੰਗ ਧਰਤੀ ਤੇ ਡਿੱਗ ਪਿਆ ਤੇ ਭੂਚਾਲ ਵਗੈਰਾ ਆ ਗਏ। ਹਾਏ ਭਗਵਾਨ। ਫਿਰ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ ਤਾਂ ਸ਼ਿਵ ਜੀ ਨੇ ਉਸ ਲਿੰਗ ਨੂੰ ਦੁਬਾਰਾ ਸਥਾਪਿਤ ਕੀਤਾ ਤੇ ਉੱਥੇ ਹਮੇਸ਼ਾ ਰਹਿਣ ਦਾ ਵਰਦਾਨ ਦਿੱਤਾ। ਇਹ ਕਹਾਣੀਆਂ ਦੱਸਦੀਆਂ ਨੇ ਕਿ ਇਹ ਥਾਂ ਕਿੰਨੀ ਪੁਰਾਣੀ ਤੇ ਮਹੱਤਵਪੂਰਨ ਹੈ। ਸੱਚੀ ਬਹੁਤ ਪੁਰਾਣੀਆਂ ਗੱਲਾਂ ਲੱਗਦੀਆਂ ਨੇ ਤੇ ਜਿੰਨੀਆਂ ਦਿਲਚਸਪੀ ਕਹਾਣੀਆਂ ਨੇ ਉਨੀ ਹੀ ਇਸ ਮੰਦਿਰ ਦੀ ਬਣਤਰ ਵੀ ਕਮਾਲ ਦੀ ਹੈ। ਕੁਝ ਗੱਲਾਂ ਤਾਂ ਬੜੀਆਂ ਹੈਰਾਨ ਕਰਦੀਆਂ ਨੇ। ਜਿਵੇਂ ਇੱਕ ਤਾਂ ਇਹ ਕਿ ਜਿਹੜਾ ਮੁੱਖ ਸ਼ਿਵਲਿੰਗ ਹੈ ਉਹਦਾ ਮੂੰਹ ਦੱਖਣ ਵੱਲ ਹੈ। ਹਨਾ? ਹਾਂ ਜੀ, ਇਹ ਬਿਲਕੁਲ ਸਹੀ ਹੈ। ਪਰ ਮੰਦਿਰ ਦਾ ਜਿਹੜਾ ਮੇਨ ਗੇਟ ਹੈ ਉਹ ਪੂਰਬ ਵੱਲ ਖੁੱਲਦਾ ਹੈ। ਹਾਂ, ਇਹ ਕਿਉਂ? ਇਸ ਦਾ ਕੋਈ ਖਾਸ ਕਾਰਨ ਪਤਾ ਲੱਗਾ? ਦੇਖੋ, ਸਰੋਤਾਂ 'ਚ ਕੋਈ ਪੱਕਾ ਕਾਰਨ ਤਾਂ ਨਹੀਂ ਮਿਲਿਆ ਪਰ ਇਹਦੀ ਖਾਸੀਅਤ ਜ਼ਰੂਰ ਹੈ। ਬਹੁਤ ਅਨੋਖੀ ਗੱਲ ਹੈ। ਹਾਂ, ਹੈ ਤਾਂ ਸਹੀ। ਤੇ ਇੱਕ ਹੋਰ ਗੱਲ, ਜਿੱਥੇ ਸ਼ਿਵਲਿੰਗ ਹੈਗਾ ਨਾ ਉਹ ਗਰਭਗ੍ਰਹਿ, ਉਹ ਜ਼ਮੀਨ ਦੇ ਥੱਲੇ ਬਣਿਆ ਹੋਇਆ ਹੈ, ਮਤਲਬ ਭੂਮੀਗਤ ਹੈ। ਓਹ, ਅੰਡਰਗਰਾਉਂਡ। ਹਾਂਜੀ, ਸ਼ਾਇਦ ਇਹ ਸ਼ਿਵ ਜੀ ਦੇ ਧਰਤੀ ਨਾਲ ਜੁੜਾ ਜਾਂ ਕਿਸੇ ਗੁਪਤ ਸ਼ਕਤੀ ਦਾ ਪ੍ਰਤੀਕ ਹੋਵੇ, ਕੌਣ ਜਾਣੇ। ਹੋ ਸਕਦਾ। ਤੇ ਇੱਕ ਹੋਰ ਬੜੀ ਕਮਾਲ ਦੀ ਗੱਲ ਮੈਂ ਪੜ੍ਹੀ ਸੀ। ਕਹਿੰਦੇ ਨੇ ਕਿ ਮੰਦਿਰ ਦਾ ਪੂਰਾ ਨਕਸ਼ਾ ਉਹ ਜਿਵੇਂ ਮਨੁੱਖੀ ਸਰੀਰ ਜਦੋਂ ਲੇਟਿਆ ਹੁੰਦਾ ਨਾ ਉਸ ਤੇ ਬਣਾਇਆ ਗਿਆ ਹੈ। ਸ਼ਯਨ ਮੁਦਰਾ ਕਹਿੰਦੇ ਨੇ। ਸੱਚੀ? ਮਨੁੱਖੀ ਸਰੀਰ? ਇਹ ਕਿਵੇਂ ਭਲਾ? ਹਾਂ, ਉਹ ਦੱਸਦੇ ਨੇ ਕਿ ਜਿਵੇਂ ਜਿਹੜਾ ਮਹਾਦਵਾਰ ਹੈ, ਮੁੱਖ ਦਰਵਾਜ਼ਾ, ਉਹ ਪੈਰਾਂ ਨੂੰ ਦਰਸਾਉਂਦਾ। ਅੱਛਾ। ਫਿਰ ਜਿਹੜਾ ਸਭਾ ਮੰਡਪ ਹੈ, ਹਾਲ, ਉਹ ਛਾਤੀ ਤੇ ਪੇਟ ਨੂੰ, ਤੇ ਗਰਭਗ੍ਰਹਿ ਜਿੱਥੇ ਸ਼ਿਵਲਿੰਗ ਹੈ ਉਹ ਸਿਰ ਨੂੰ। ਇਹ ਤਾਂ ਬਹੁਤ ਹੀ ਅਨੋਖਾ ਸੰਕਲਪ ਹੈ ਨਾ? ਸ਼ਾਇਦ ਸਰੀਰ ਤੇ ਬ੍ਰਹਮੰਡ ਦੇ ਰਿਸ਼ਤੇ ਨੂੰ ਸਮਝਾਉਣ ਦਾ ਤਰੀਕਾ ਹੋਵੇ। ਤੇ ਹੋਰ ਸੁਣੋ, ਮੰਦਿਰ ਦੇ ਬਾਹਰ ਪਰਿਸਰ 'ਚ ਭਗਵਾਨ ਸ਼ਿਵ ਦੀ ਬੈਠੀ ਹੋਈ ਮੁਦਰਾ 'ਚ ਇੱਕ ਬਹੁਤ ਵੱਡੀ ਮੂਰਤੀ ਹੈ, ਕੋਈ 80 ਫੁੱਟ ਉੱਚੀ। 80 ਫੁੱਟ? ਬਹੁਤ ਉੱਚੀ ਹੋ ਗਈ। ਬੜਾ ਪ੍ਰਭਾਵਸ਼ਾਲੀ ਦ੍ਰਿਸ਼ ਹੁੰਦਾ ਹੋਵੇਗਾ। ਬਿਲਕੁਲ, ਕਲਪਨਾ ਕਰਕੇ ਦੇਖੋ। ਤੇ ਜਿਹੜਾ ਅੰਦਰ ਸ਼ਿਵਲਿੰਗ ਹੈ ਉਹਦੇ ਬਾਰੇ ਵੀ ਕੁਝ ਖਾਸ ਹੈਗਾ? ਹਾਂ, ਉਹ ਦਵਾਰਕਾ ਸ਼ਿਲਾ ਦਾ ਬਣਿਆ ਹੋਇਆ ਹੈ। ਇਹ ਇੱਕ ਖਾਸ ਪੱਥਰ ਹੁੰਦਾ ਜਿਹੜਾ ਦਵਾਰਕਾ ਕੋਲ ਗੋਮਤੀ ਨਦੀ 'ਚੋਂ ਮਿਲਦਾ ਹੈ। ਅੱਛਾ, ਦਵਾਰਕਾ ਸ਼ਿਲਾ। ਤੇ ਦੇਖਣ ਨੂੰ ਨਾ ਉਹ 3 ਮੂੰਹਾਂ ਵਾਲੇ ਰੁਦਰਾਂਸ਼ ਵਰਗਾ ਲੱਗਦਾ ਹੈ। ਆਕਾਰ ਵੀ ਦੱਸ ਦੇਣਾ, ਕੋਈ 40 ਸੈਂਟੀਮੀਟਰ ਉੱਚਾ ਤੇ 30 ਸੈਂਟੀਮੀਟਰ ਚੌੜਾ। ਠੀਕ ਹੈ। ਤੇ ਇੱਕ ਗੱਲ ਹੋਰ, 1996 ਵਿੱਚ ਨਾ ਮਰਹੂਮ ਗੁਲਸ਼ਨ ਕੁਮਾਰ ਜੀ ਨੇ ਇਸ ਮੰਦਿਰ ਦਾ ਕਾਫੀ ਵੱਡੇ ਪੱਧਰ ਤੇ ਨਵੀਨੀਕਰਨ ਕਰਵਾਇਆ ਸੀ। ਅੱਛਾ, ਹਾਂ, ਟੀ ਸੀਰੀਜ਼ ਵਾਲੇ। ਹਾਂਜੀ। ਤਾਂ ਫਿਰ ਜੇ ਕੋਈ ਇਸ ਅਨੋਖੇ ਮੰਦਿਰ ਜਾਣਾ ਚਾਹੇ, ਦਰਸ਼ਨ ਕਰਨੇ ਚਾਹੇ ਤਾਂ ਯਾਤਰਾ ਬਾਰੇ ਕੀ ਕੁਝ ਪਤਾ ਹੋਣਾ ਚਾਹੀਦਾ? ਦੇਖੋ, ਇਹ ਮੰਦਿਰ ਦਵਾਰਕਾ ਸ਼ਹਿਰ ਤੋਂ ਬਹੁਤਾ ਦੂਰ ਨਹੀਂ, ਕੋਈ 15-18 ਕਿਲੋਮੀਟਰ ਹੀ ਹੋਊਗਾ। ਠੀਕ ਹੈ। ਜਾਣ ਲਈ ਸਭ ਤੋਂ ਵਧੀਆ ਟਾਈਮ ਮੰਨਿਆ ਜਾਂਦਾ ਹੈ ਅਕਤੂਬਰ ਤੋਂ ਮਾਰਚ ਦਾ। ਉਦੋਂ ਮੌਸਮ ਠੰਡਾ ਰਹਿੰਦਾ, 10 ਤੋਂ 27 ਡਿਗਰੀ ਦੇ ਵਿੱਚ ਤਾਪਮਾਨ। ਮਤਲਬ ਸਰਦੀਆਂ ਦਾ ਮੌਸਮ। ਹਾਂਜੀ, ਸੁਹਾਵਣਾ ਮੌਸਮ। ਪਰ ਹਾਂ, ਜੇ ਤੁਸੀਂ ਮਹਾਸ਼ਿਵਰਾਤਰੀ ਤੇ ਜਾਂ ਸਾਵਣ ਦੇ ਮਹੀਨੇ ਜਾਂਦੇ ਹੋ ਫਿਰ ਭੀੜ ਬਹੁਤ ਹੁੰਦੀ ਹੈ। ਹਾਂ, ਉਹ ਤਾਂ ਸੁਭਾਵਿਕ ਹੈ। ਤੇ ਉੱਥੇ ਸਹੂਲਤਾਂ ਕਿਵੇਂ ਨੇ? ਐਂਟਰੀ ਫੀਸ ਵਗੈਰਾ? ਨਹੀਂ, ਦਾਖਲਾ ਬਿਲਕੁਲ ਮੁਫਤ ਹੈ। ਤੇ ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣਾ ਮੋਬਾਈਲ ਕੈਮਰਾ ਅੰਦਰ ਲਿਜਾ ਸਕਦੇ ਹੋ। ਅੱਛਾ, ਇਹ ਵਧੀਆ ਗੱਲ ਹੈ ਅੱਜਕੱਲ। ਹਾਂਜੀ, ਤੇ ਜੇ ਕਿਸੇ ਨੂੰ ਲੋੜ ਹੋਵੇ ਵੀਲਚੇਅਰ ਵੀ ਮਿਲ ਜਾਂਦੀ ਹੈ ਬੇਨਤੀ ਕਰਨ ਤੇ। ਪਰ ਹਾਂ, ਕੁਝ ਸਰੋਤ ਕਹਿੰਦੇ ਨੇ ਕਿ ਸ਼ਾਇਦ ਦਿਵਿਆਂਗ ਜਾਂ ਬਜ਼ੁਰਗ ਸ਼ਰਧਾਲੂਆਂ ਲਈ ਬਹੁਤ ਜ਼ਿਆਦਾ ਖਾਸ ਸਹੂਲਤਾਂ ਨਾ ਹੋਣ, ਥੋੜੀ ਕਮੀ ਹੋ ਸਕਦੀ ਹੈ। ਠੀਕ ਹੈ, ਇਹ ਧਿਆਨ 'ਚ ਰੱਖਣ ਵਾਲੀ ਗੱਲ ਹੈ। ਤੇ ਆਸੇ-ਪਾਸੇ ਦਵਾਰਕਾ ਕੋਲ ਤਾਂ ਹੋਰ ਵੀ ਬੜੀਆਂ ਥਾਵਾਂ ਹੋਣਗੀਆਂ।
बहुत ने जी। नेड़े ही द्वारकाधीश मंदिर है, रुक्मणी देवी मंदिर, गोपी तालाब, बेट द्वारका, सब बहुत मशहूर ਥਾਵਾਂ ਨੇ। हाँ जी। ਤੇ ਇੱਕ ਗੱਲ ਹੋਰ ਬੜੀ ਦਿਲਚਸਪ ਹੈ, ਦੇਖੋ द्वारका ਦਾ ਇਲਾਕਾ ਜ਼ਿਆਦਾਤਰ ਵੈਸ਼ਨਵ ਤੀਰਥ ਸਥਾਨ ਹੈ, ਮਤਲਬ ਭਗਵਾਨ ਕ੍ਰਿਸ਼ਨ ਨਾਲ ਜੁੜਿਆ ਹੋਇਆ। हाँ ये तो है। ਉਸ ਮਾਹੌਲ ਵਿੱਚ ਨਾਗੇਸ਼ਵਰ ਦਾ ਇੱਕ ਵੱਡਾ ਸ਼ੈਵ ਤੀਰਥ ਸਥਾਨ ਹੋਣਾ, ਮਤਲਬ ਸ਼ਿਵ ਜੀ ਦਾ, ਇਹਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਸਹੀ ਗੱਲ ਹੈ, ਇੱਕ ਤਰ੍ਹਾਂ ਨਾਲ ਦੋਵੇਂ ਮੁੱਖ ਧਾਰਾਵਾਂ ਦੇ ਦਰਸ਼ਨ ਹੋ ਜਾਂਦੇ ਨੇ। ਬਿਲਕੁਲ, ਤੀਰਥ ਯਾਤਰਾ ਜਿਵੇਂ ਪੂਰੀ ਹੋ ਜਾਂਦੀ ਹੈ, ਸੰਪੂਰਨ ਲੱਗਦੀ ਹੈ। ਹਾਂ ਇਹ ਤਾਂ ਯਾਤਰਾ ਨੂੰ ਹੋਰ ਵੀ ਮਾਇਨੇ ਦਿੰਦਾ ਹੋਵੇਗਾ। ਅੱਛਾ, ਇੱਕ ਆਖਰੀ ਗੱਲ ਰਹਿ ਗਈ, ਉਹ ਪ੍ਰਸ਼ਾਦ ਵਾਲੀ। ਮੈਂ ਪੜਿਆ ਸੀ ਕਿ ਕੁਝ ਅਲੱਗ ਜਿਹਾ ਹੈਗਾ ਉਹਦੇ ਬਾਰੇ। ਹਾਂ, ਇਹ ਬੜੀ ਹੀ ਅਨੋਖੀ ਗੱਲ ਹੈ ਤੇ ਘੱਟ ਸੁਣਨ ਨੂੰ ਮਿਲਦੀ ਹੈ। ਸਰੋਤ ਦੱਸਦੇ ਨੇ ਕਿ ਨਾਗੇਸ਼ਵਰ 'ਚ ਜਿਹੜਾ ਪ੍ਰਸ਼ਾਦ ਤੁਸੀਂ ਇੱਕ ਵਾਰ ਭਗਵਾਨ ਨੂੰ ਚੜਾ ਦਿੱਤਾ, ਹਾਂ, ਉਸੇ ਪ੍ਰਸ਼ਾਦ ਨੂੰ ਤੁਸੀਂ ਦੁਬਾਰਾ ਵੀ ਭੇਟ ਕਰ ਸਕਦੇ ਹੋ। ਸੱਚੀ? ਦੁਬਾਰਾ? ਆਮ ਤੌਰ ਤੇ ਤਾਂ ਇੰਜ ਨਹੀਂ ਹੁੰਦਾ। ਹਾਂਜੀ, ਆਮ ਤੌਰ ਤੇ ਨਹੀਂ ਹੁੰਦਾ। ਇਹ ਇੱਥੋਂ ਦੀ ਇੱਕ ਵਿਲੱਖਣ ਪ੍ਰਥਾ ਲੱਗਦੀ ਹੈ। ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ। ਤਾਂ ਚਲੋ, ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਅੱਜ ਆਪਾਂ ਨਾਗੇਸ਼ਵਰ ਜੋਤਿਰਲਿੰਗ ਦੀ ਮਹੱਤਤਾ ਨੂੰ ਸਮਝਿਆ। ਇਹ 12 ਜੋਤਿਰਲਿੰਗਾਂ ਚੋਂ ਇੱਕ ਹੈ, ਨਾਗ ਦੋਸ਼ ਤੋਂ ਮੁਕਤੀ ਲਈ ਖਾਸ ਮੰਨਿਆ ਜਾਂਦਾ। ਫਿਰ ਆਪਾਂ ਕਹਾਣੀਆਂ ਸੁਣੀਆਂ ਦਾਰੂਕਾ ਤੇ ਸੁਪ੍ਰਿਆ ਦੀ ਤੇ ਬਾਲ ਖਿਲਿਆ ਰਿਸ਼ੀਆਂ ਦੀ। ਹਾਂਜੀ। ਤੇ ਇਹਦੀ ਅਨੋਖੀ ਬੰਤਰ, ਜਿਵੇਂ ਸ਼ਿਵਲਿੰਗ ਦਾ ਦੱਖਣ ਵੱਲ ਹੋਣਾ, ਗਰਭ ਗ੍ਰਹਿ ਦਾ ਜ਼ਮੀਨ ਹੇਠਾਂ ਹੋਣਾ ਤੇ ਉਹ ਮਨੁੱਖੀ ਸਰੀਰ ਵਾਲਾ ਸੰਕਲਪ, ਤੇ ਅਖੀਰ 'ਚ ਯਾਤਰਾ ਬਾਰੇ ਕੁਝ ਜ਼ਰੂਰੀ ਨੁਕਤੇ। ਬਿਲਕੁਲ ਸਹੀ, ਸਭ ਕੁਝ ਕਵਰ ਹੋ ਗਿਆ। ਤੇ ਫਿਰ ਅੰਤ ਵਿੱਚ ਇੱਕ ਸਵਾਲ ਛੱਡ ਕੇ ਜਾਈਏ ਸਰੋਤਿਆਂ ਲਈ ਵਿਚਾਰ ਕਰਨ ਵਾਸਤੇ। ਹਾਂ ਜ਼ਰੂਰ। ਇਹ ਜਿਹੜੀ ਪ੍ਰਸ਼ਾਦ ਨੂੰ ਦੁਬਾਰਾ ਭੇਟ ਕਰਨ ਵਾਲੀ ਅਨੋਖੀ ਰੀਤ ਹੈ ਨਾ ਨਾਗੇਸ਼ਵਰ 'ਚ, ਇਹ ਪਿਟਾਵਾਂ ਦੇ ਅਸਲ ਮਤਲਬ ਬਾਰੇ ਜਾਂ ਭਗਵਾਨ ਦੀ ਸਵੀਕ੍ਰਿਤੀ ਬਾਰੇ ਕੀ ਡੂੰਘਾ ਇਸ਼ਾਰਾ ਕਰਦੀ ਹੋ ਸਕਦੀ ਹੈ? ਕੀ ਇਹਦਾ ਮਤਲਬ ਹੈ ਕਿ ਭਗਵਾਨ ਦੀ ਕਿਰਪਾ ਕਦੇ ਖਤਮ ਨਹੀਂ ਹੁੰਦੀ, ਜਾਂ ਫਿਰ ਪੇਟਾ ਸਿਰਫ ਕੋਈ ਚੀਜ਼ ਨਹੀਂ, ਸਗੋਂ ਭਗਤ ਤੇ ਭਗਵਾਨ ਵਿਚਾਲੇ ਇੱਕ ਲਗਾਤਾਰ ਚੱਲਣ ਵਾਲਾ ਰਾਬਤਾ ਹੈ? ਵਾਹ, ਇਹ ਤਾਂ ਸੱਚਮੁੱਚ ਸੋਚਣ ਵਾਲੀ ਗੱਲ ਹੈ। ਇਸੇ ਖਿਆਲ ਨਾਲ ਅੱਜ ਦੀ ਗੱਲਬਾਤ ਖत्म करते हैं। आज हम नागेश्वर ज्योतिर्लिंग की गहराई में जा रहे हैं। ये भगवान शिव के 12 सबसे मुकद्दस मुकामात में से एक माना जाता है। जी बिल्कुल। हमारे पास जराए हैं जैसे शिव पुराण, कुछ मुकामी कहानियां और थोड़ी बहुत तारीखी मालूमात भी। जी हाँ। तो आज का मकसद ये है कि इन सब से नागेश्वर की अहमियत, इससे जुड़ी कहानियां और कुछ खास बातें समझें। ठीक है। चले एक दिलचस्प बात से शुरू करते हैं। नागेश्वर, इसका मतलब है नागों का भगवान, यानी सांपों का मालिक। जी, नाग ईश्वर। और कहते हैं कि यहाँ पूजा करने से न सिर्फ सांपों के डर से निजात मिलती है, बल्कि हर किस्म के जहर से, चाहे वो जिस्मानी हो या रूहानी, जैसे गुस्सा, लालच वगैरह। बिल्कुल। और ये बात अहम है कि ये 12 ज्योतिर्लिंगों में से एक है, यानी वो जगह है जहां माना जाता है कि भगवान शिव खुद रोशनी के एक लामुतनाही सतून की शक्ल में जाहिर हुए। अच्छा, रोशनी का सतून। जी, ये तस्वुर शिव के अजली और अब्दी होने की अलामत है। एक ऐसी रोशनी जिसका ना कोई आगाज है ना इंजाम। तो ये सिर्फ एक लिंग नहीं बल्कि भगवान की मौजूदगी का एक खास निशान है। अच्छा, तो आइए कुछ कहानियों पर बात करते हैं जो इस जगह से जुड़ी हैं। जरूर। सबसे मशहूर कहानी वो दारुक नामी राक्षस और शिव भक्त सुप्रिया की है। शिव पुराण में है ना कि दारुक ने सुप्रिया और कई दूसरे भक्तों को कैद कर लिया था। जी हाँ, और कैद में भी सुप्रिया ने हिम्मत नहीं हारी। वो लगातार ओम नमः शिवाय का जाप करते रहे। फिर क्या हुआ? और यही बात बहुत दिलचस्प हो जाती है। कहते हैं कि सुप्रिया की भक्ति, उनकी लगन इतनी शदीद थी कि भगवान शिव खुद वहां एक ज्योतिर्लिंग के रूप में प्रकट हुए, यानी जाहिर हुए। उन्होंने दारुक को शिकस्त दी, अपने भक्तों को बचाया, और फिर सुप्रिया ने दरख्वास्त की कि आप यहीं हमेशा के लिए बस जाएं। तो भगवान शिव ने वादा किया कि वो इसी ज्योतिर्लिंग के रूप में वहां हमेशा मौजूद रहेंगे। वाह, ये कहानी तो भक्ति की ताकत दिखाती है। बिल्कुल, कि भगवान अपने भक्तों की पुकार सुनते हैं। अच्छा, एक और रिवायत भी तो है संत नामदेव से जुड़ी हुई। जी, वो भी बहुत मशहूर है। किस्सा यूं है कि जब संत नामदेव मंदिर में भजन गा रहे थे तो कुछ पुजारियों ने उन्हें टोका। क्यों टोका? उनका कहना था कि आप बिल्कुल भगवान के सामने खड़े हैं, दूसरों को दर्शन नहीं हो रहा। उन्होंने नामदेव से कहा कि जरा हट जाएं। इस पर नामदेव ने बड़ा मासूमाना सवाल किया, भला मैं किस तरफ हटूं? ऐसी कौन सी सिमत है जहां भगवान मौजूद नहीं है? क्या बात है। पुजारियों को गुस्सा आ गया। उन्होंने उन्हें पकड़कर जुनूब की तरफ धकेल दिया। लेकिन फिर जो हुआ वो हैरानकुन था। क्या हुआ? कहते हैं कि शिवलिंग खुद ब खुद घूमकर जुनूब की तरफ हो गया। सच में? पूरा मंदिर घूम गया? नहीं, सिर्फ लिंगम। और दिलचस्प बात यह है कि गोमुख, यानी जहां से अभिषेक का पानी बाहर निकलता है, वो मशरिक की तरफ ही रहा। सिर्फ लिंग का रुख जुनूब की तरफ हो गया। अच्छा, तो ये भगवान के हर जगह होने की निशानी है। जी बिल्कुल, ये वाकया भगवान की हमागिरी थी, उनके ओमनी प्रेजेंस को जाहिर करता है। ये तो वाकई बहुत खास बात है। अच्छा, सिर्फ कहानियां ही नहीं, इस मंदिर का फने तामीर, उसका स्ट्रक्चर भी बहुत मुनफरिद है ना? मैंने सुना है इसका नक्शा शायानम अंदाज में है। जी हाँ, शायानम यानी जैसे कोई लेटा हुआ हो। लेटा हुआ मतलब ये कि जो गर्भगृह है, अंदरूनी मुकद्दस जगह जहाँ लिंगम है, उसे जिस्म का सर समझा जाता है, और जो मरकजी दरवाजा है, महाद्वार, उसे पैर माना जाता है। ये एक अलामती डिजाइन है। अच्छा, और खुद शिवलिंग वो किस चीज से बना है? कुछ खास है उसमें? जी, ये लिंग द्वारिका शिला नामी एक खास पत्थर से बना है जो मुकद्दस माना जाता है। इस पर छोटे छोटे चक्कर जैसे निशान होते हैं, और इसकी शक्ल भी मुनफरिद है। कहते हैं ये त्रियोमुखी रुद्राक्ष, यानी 3 चेहरों वाले रुद्राक्ष के बीच जैसी है। 3 चेहरों वाला? इसका क्या मतलब हो सकता है?
ये शायद शिव की 3 बुनियादी ताकतों की अलामत हो, तख्लीक, तहफ़्फ़ुज़ और तबाही, या शायद 3 गुणों की। और ये साइज में भी काफी बड़ा है, तकरीबन 40 सेंटीमीटर ऊंचा और 30 सेंटीमीटर चौड़ा। और सबसे हैरानकुन बात, जिसका जिक्र नामदेव की कहानी में भी आया, कि ये लिंग जुनूब की तरफ रुख किए हुए है। जी बिल्कुल। जबकि मंदिर का दरवाजा मशरिक की तरफ है। ये कितना गैर मामूली है, आमतौर पर तो ऐसा नहीं होता। ये बहुत ही गैर मामूली बात है। ज्यादातर शिवलिंग मशरिक या शुमाल की तरफ रुख किए होते हैं। जुनूब की सिमत को अक्सर मौत के देवता यम से जोड़ा जाता है। तो फिर इसका क्या मतलब निकाला जाए? इसकी एक तशरीह ये हो सकती है कि ये शिव की उस ताकत की अलामत है जो मौत पर भी गालिब है, जो यम को भी कंट्रोल करते हैं। और हाँ, वो जो मंदिर के अहाते में भगवान शिव का 80 फुट ऊंचा बैठा हुआ मुजस्मा है, वो भी बहुत मुतासिरकुन है। जी वो तो है, बहुत शानदार है। लेकिन यहाँ एक पेचीदगी भी है। इसके असल मकाम को लेकर कुछ इख्तिलाफ है। ठीक कहा मैंने? जी, ये एक अहम नुक्ता है। शिव पुराण में जिक्र है कि असल ज्योतिर्लिंग दारुकावान नामी जंगल में था, जो मगरबी समंदर के किनारे वाक़ था। दारुकावान आजकल जो द्वारिका गुजरात वाला मकाम है, ये सबसे ज्यादा मशहूर और कबूल शुदा है, और ये समंदर के करीब भी है। तो फिर इख्तिलाफ क्यों है? इख्तिलाफ इसलिए है कि 2 और मकामात हैं जो नागेश्वर ज्योतिर्लिंग होने का दावा करते हैं। एक है महाराष्ट्र में ओंढा नागनाथ, अच्छा, और दूसरा है उत्तराखंड में जागेश्वर। जागेश्वर? वो तो पहाड़ों में है, समुंदर से दूर। बिल्कुल। उनका दावा इस बात पर मबनी है कि शिव पुराण में दारुकावान का जिक्र है। दारू का एक मतलब देवदार का दरख्त भी होता है, तो दारुकावान का मतलब देवदार का जंगल हो सकता है। और जागेश्वर देवदार के घने जंगलों में है? जी, जागेश्वर का इलाका देवदार के जंगलात के लिए मशहूर है, जबकि गुजरात में देवदार नहीं पाए जाते। तो ये एक तशरीह का मामला बन जाता है। देखें, हम यहाँ कोई फैसला नहीं सुना रहे। नहीं, बिल्कुल, हम सिर्फ बता रहे हैं कि मुख्तलिफ दावे क्या हैं। जी, ये सिर्फ ये दिखाता है कि तारीख, मतन की अलग अलग तशरीहात, मकामी लोगों की अकीदत और वक्त गुजरने के साथ साथ चीजें कैसे बदलती हैं, ये सब मिलकर मुकद्दस मकामात की शनाख्त बनाते हैं। ये तो बहुत दिलचस्प पहलू है। तो आज हमने नागेश्वर ज्योतिर्लिंग की रूहानी अहमियत को समझा, उससे जुड़ी ताकतवर कहानियों को सुना, उसके अनोखे फन तामीर पर बात की, और आखिर में उसके मकाम से मुताल्लिक जो सवालात हैं उन पर भी गौर किया। बिल्कुल। और मेरे ख्याल में सबसे अहम बात यह है कि अकीदतमंदों के लिए चाहे असल मकाम पर बहस कुछ भी हो, ये जगह गहरे रूहानी सुकून की जगह है, और हर किस्म की मनफी चीजों, हर किस्म के जहर से तहफ़्फ़ुज़ की अलामत है। जी, लिंग का वो जुनूब की तरफ रुख होना और दारुकावान की कहानियां, ये सब इसे बहुत खास बनाते हैं। और आखिर में अपने सुनने वालों के लिए एक सवाल छोड़ जाते हैं। जी जरूर। सोचने की बात यह है कि जब एक ही मुकद्दस मकाम के लिए मुख्तलिफ जगहों से तारीखी और रिवायती दावे सामने आते हों, तो किसी मकाम की ऑथेंटिसिटी या असलियत को तय करने में अकीदे का, सबूत का, मकबूलियत का और वक्त का, इन सब का क्या किरदार होता है? ये एक बड़ा सवाल। क्या आप एक ऐसे चमत्कारी शिवलिंग के बारे में जानते हैं जिसके दर्शन मात्र से हर तरह के जहर का असर खत्म हो जाता है? लीजिए, आ गई वो जानकारी जिसका आपको इंतजार था। नमस्कार। चलिए, आज मैं आपको ले चलती हूँ भगवान शिव के 12 ज्योतिर्लिंगों में से एक श्री नागेश्वर ज्योतिर्लिंग के दिव्य धाम, जो गुजरात की पवित्र द्वारका नगरी के पास बसा है। ये सिर्फ एक मंदिर नहीं, बल्कि एक ऐसी जगह है जहाँ आस्था और चमत्कार की कहानियां आज भी जिंदा हैं। इस मंदिर की सबसे प्रसिद्ध कहानी जुड़ी है एक राक्षस दारुक और शिव भक्त सुप्रिया से। दारुक ने सुप्रिया को कई और लोगों के साथ अपनी नगरी दारुकावन में कैद कर लिया था, लेकिन सुप्रिया ने हार नहीं मानी। उन्होंने जेल के अंदर ही मिट्टी का एक अस्थायी शिवलिंग बनाया और पूरी श्रद्धा से ओम नमः शिवाय का जाप करने लगे। उनकी भक्ति की पुकार सुनकर एक चमत्कार हुआ। जब दारुक उन्हें मारने आया तो जमीन में से एक दिव्य प्रकाश निकला और स्वयं महादेव एक विशाल ज्योतिर्लिंग के रूप में प्रकट हो गए। उन्होंने सुप्रिया को अपना सबसे शक्तिशाली अस्त्र पाशुपतास्त्र दिया और उस राक्षस का अंत कर दिया। तभी से भोलेनाथ यहाँ नागेश्वर यानी नागों के ईश्वर के रूप में विराजमान है। माना जाता है कि जो भी यहाँ पूजा करता है उसे हर तरह के जहर, डर और नकारात्मकता से मुक्ति मिल जाती है। और जो अगली बात है वो तो आपको हैरान कर देगी। इस मंदिर परिसर में भगवान शिव की 82 फुट ऊंची विशाल मूर्ति है जो ध्यान मुद्रा में बैठी है। ये मूर्ति इतनी भव्य है कि किलोमीटर दूर से ही दिखाई देती है और भक्तों के मन में एक अलग ही श्रद्धा जगा देती है। लेकिन सबसे बड़ा रहस्य तो मंदिर के उस गर्भगृह में छिपा है जो जमीन के नीचे है। यहाँ मौजूद शिवलिंग द्वारिका शिला से बना है और किसी साधारण पत्थर जैसा नहीं, बल्कि 3 मुखी रुद्राक्ष जैसा दिखता है। ये दुनिया का एकमात्र ऐसा ज्योतिर्लिंग है जो दक्षिण दिशा की ओर मुख किए हुए है। इसके पीछे भी एक भक्त की कहानी है। कहते हैं नामदेव नाम के एक भक्त जब कीर्तन कर रहे थे तो पुजारियों ने उन्हें देवता को न ढकने के लिए कहा। नामदेव ने पूछा, आप ही बताइए मैं किधर जाऊं जहां भगवान ना हो। गुस्से में पुजारियों ने उन्हें दक्षिण दिशा में धकेल दिया और सब हैरान रह गए जब शिवलिंग ने खुद घूमकर अपना मुख अपने भक्त की ओर कर लिया। पर रुकिए, कहानी में एक और दिलचस्प मोड़ है। क्या आप जानते हैं कि असली नागेश्वर ज्योतिर्लिंग कौन सा है? इस पर 3 जगहों का दावा है। एक गुजरात का ये मंदिर, दूसरा महाराष्ट्र का ओंढा नागनाथ और तीसरा उत्तराखंड का जागेश्वर। शिव पुराण में जिस दारुकावन का जिक्र है उसकी सही जगह को लेकर मतभेद है। तो फिर द्वारिका के इस मंदिर की मान्यता सबसे ज्यादा क्यों है? शायद इसलिए क्योंकि इसका जुड़ाव सीधे कृष्ण की नगरी से है।
इस मंदिर की कहानी हमें सिखाती है कि सच्ची भक्ति में हर बाधा को पार करने की शक्ति होती है। यहाँ का हर पत्थर, हर कथा विश्वास और श्रद्धा की गवाही देता है। नागेश्वर ज्योतिर्लिंग की कौन सी बात ने आपके दिल को सबसे ज्यादा छुआ? नीचे कमेंट करके जरूर बताइए। इस वीडियो को लाइक करें, अपने दोस्तों और परिवार के साथ शेयर करें और ऐसी ही अद्भुत कहानियों के लिए हमारे चैनल को सब्सक्राइब करना ना भूलें। संक्षेप में, नागेश्वर की धरती हमें सिखाती है कि जब भक्ति सच्ची हो तो भगवान हर बंधन तोड़कर आते हैं। यहाँ का दक्षिण मुखी शिवलिंग भक्त और भगवान के अटूट रिश्ते का सबसे बड़ा सबूत है और इसका रहस्यमय इतिहास हमें सोचने पर मजबूर कर देता है। वादा है अगला वीडियो दुगना मजेदार होगा। जल्दी सब्सक्राइब करें।